ਬ੍ਰਹਿਮੰਡ ਦੇ ਵਿੱਚ ਗੁੰਮ ਹੋ ਜਾਣ ਤੋਂ ਪਹਿਲਾਂ ਮਨੁੱਖ ਦੀ ਹੋਂਦ ਕਨਫਿਊਜ਼ਿੰਗ ਹੈ ਅਤੇ ਥੋੜ੍ਹੀ ਡਰਾਉਣੀ ਵੀ ਹੈ। ਕੁਝ ਸੌ ਹਜ਼ਾਰ ਸਾਲ ਪਹਿਲਾਂ ਸਾਨੂੰ ਆਪਣੇ ਆਲੇ ਦੁਆਲੇ ਦੀ ਚੇਤਨਾ ਆਈ, ਸਾਨੂੰ ਹੋਸ਼ ਆਇਆ, ਅਸੀਂ ਚੇਤਨ ਹੋ ਗਏ। ਅਸੀਂ ਆਪਣੇ ਆਪ ਨੂੰ ਇਸ ਅਜੀਬੋ ਗਰੀਬ ਜਗ੍ਹਾ 'ਤੇ ਪਾਇਆ। ਇਹ ਹੋਰ ਬਹੁਤ ਜੀਵ ਜੰਤੂਆਂ ਨਾਲ ਭਰੀ ਹੋਈ ਸੀ। ਕੁਝ ਜੀਵ ਜੰਤੂਆਂ ਨੂੰ ਅਸੀਂ ਖਾ ਸਕਦੇ ਸੀ, ਕੁਝ ਸਾਨੂੰ ਖਾ ਸਕਦੇ ਸੀ। ਇੱਥੇ ਕੁਝ ਤਰਲ ਚੀਜ਼ਾਂ ਸੀ ਜਿਨ੍ਹਾਂ ਨੂੰ ਅਸੀਂ ਪੀ ਸਕਦੇ ਸੀ। ਕੁਝ ਚੀਜ਼ਾਂ ਇੱਦਾਂ ਦੀਆਂ ਸੀ ਜਿਨ੍ਹਾਂ ਤੋਂ ਅਸੀਂ ਹੋਰ ਚੀਜ਼ਾਂ ਬਣਾ ਸਕਦੇ ਸੀ। ਦਿਨ ਦੇ ਸਮੇਂ ਆਸਮਾਨ 'ਚ ਇੱਕ ਬਹੁਤ ਵੱਡਾ ਪੀਲੇ ਰੰਗ ਦਾ ਗੋਲਾ ਸੀ ਜੋ ਸਾਨੂੰ ਗਰਮੀ ਦਿੰਦਾ ਸੀ। ਰਾਤ ਦੇ ਸਮੇਂ ਸਾਡੇ ਸਿਰ 'ਤੇ ਖੂਬਸੂਰਤ ਰੌਸ਼ਨੀਆਂ ਸੀ। ਇਹ ਤਾਂ ਸਾਡੇ ਲਈ ਸਹਿਜ ਗੱਲ ਸੀ ਕਿ ਇਹ ਥਾਂ ਧਰਤੀ ਸਾਡੇ ਲਈ ਹੀ ਸੀ। ਕੋਈ ਚੀਜ਼ ਸਾਡਾ ਧਿਆਨ ਰੱਖ ਰਹੀ ਸੀ। ਅਸੀਂ ਆਪਣੇ ਘਰ ਵਿੱਚ ਸੀ, ਧਰਤੀ ਸਾਡਾ ਘਰ ਸੀ। ਸਾਨੂੰ ਇੱਦਾਂ ਲੱਗਦਾ ਸੀ ਵੀ ਅਸੀਂ ਘਰ ਦੇ ਅੰਦਰ ਹੀ ਹਾਂ। ਇਹਨਾਂ ਸਾਰੀਆਂ ਚੀਜ਼ਾਂ ਕਰਕੇ ਜੀਵਨ, ਇਹ ਸੰਸਾਰ ਸਾਡੇ ਲਈ ਡਰਾਉਣਾ ਨਹੀਂ ਸੀ। ਕੁਝ ਵੀ ਉਲਝਿਆ ਹੋਇਆ ਨਹੀਂ ਸੀ, ਕੁਝ ਵੀ ਕਨਫਿਊਜ਼ਿੰਗ ਨਹੀਂ ਸੀ ਸਾਡੇ ਲਈ। ਜਿੱਦਾਂ ਜਿੱਦਾਂ ਅਸੀਂ ਪੁਰਾਣੇ ਹੁੰਦੇ ਗਏ, ਉੱਦਾਂ ਅਸੀਂ ਆਪਣੇ ਬਾਰੇ ਅਤੇ ਇਸ ਥਾਂ ਬਾਰੇ ਹੋਰ ਸਿੱਖਦੇ ਰਹੇ। ਅਸੀਂ ਇਹ ਸਿੱਖਿਆ ਕਿ ਆਸਮਾਨ ਵਿੱਚ ਟਿਮਟਿਮਾਉਂਦੀਆਂ ਰੌਸ਼ਨੀਆਂ ਸਾਡੇ ਲਈ ਨਹੀਂ ਸਨ, ਇਹ ਉੱਥੇ ਪਹਿਲਾਂ ਹੀ ਸੀ। ਅਸੀਂ ਇਹ ਸਿੱਖਿਆ ਵੀ ਅਸੀਂ ਸੰਸਾਰ ਦੇ, ਇਸ ਬ੍ਰਹਿਮੰਡ ਦੇ ਵਿਚਕਾਰ ਨਹੀਂ ਹਾਂ ਅਤੇ ਅਸੀਂ ਜਿੰਨਾ ਸੋਚਦੇ ਸੀ ਇਹ ਇਸ ਤੋਂ ਕਿਤੇ ਜ਼ਿਆਦਾ ਵਿਸ਼ਾਲ ਹੈ, ਵੱਡਾ ਹੈ ਅਤੇ ਜਿੰਨਾ ਅਸੀਂ ਸੋਚਿਆ ਸੀ ਇਹ ਇਸ ਤੋਂ ਕਿਤੇ ਜ਼ਿਆਦਾ ਪੁਰਾਣਾ ਹੈ। ਅਸੀਂ ਇਹ ਸਿੱਖਿਆ ਵੀ ਅਸੀਂ ਨਿੱਕੀਆਂ ਨਿੱਕੀਆਂ ਨਿਰਜੀਵ ਚੀਜ਼ਾਂ ਦੇ ਬਣੇ ਹੋਏ ਹਾਂ, ਜਿਹੜੀਆਂ ਆਪਸ ਵਿੱਚ ਮਿਲ ਕੇ ਵੱਡੀਆਂ ਚੀਜ਼ਾਂ ਬਣਾਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਨਿਰਜੀਵ ਨਹੀਂ ਕਹਿ ਸਕਦੇ। ਅਸੀਂ ਇਹ ਵੀ ਸਿੱਖਿਆ ਵੀ ਇਹ ਜੋ ਸਮਾਂ ਆ ਇਹ ਬੀਤਦਾ ਜਾ ਰਿਹਾ ਆ, ਇਹ ਇਤਿਹਾਸ ਬਣ ਰਿਹਾ ਆ। ਅਸੀਂ ਇਸ ਵਿੱਚ ਅਸਥਾਈ ਸਮੇਂ ਲਈ ਹੀ ਹਾਂ ਅਤੇ ਅਸੀਂ ਇੱਕ ਮਿੱਟੀ ਦੇ ਨਮ ਜਿਹੇ ਕਣ ਦੇ ਉੱਤੇ ਹਾਂ ਜੋ ਇੱਕ ਛੋਟੇ ਜਿਹੇ ਤਾਰੇ ਦੇ ਦੁਆਲੇ ਤਾਲਬੱਧ ਤਰੀਕੇ ਨਾਲ ਘੁੰਮ ਰਿਹਾ ਹੈ। ਅਤੇ ਇਹ ਤਾਰਾ ਇੱਕ ਆਮ ਜਿਹੀ ਗਲੈਕਸੀ ਦੇ ਇੱਕ ਸ਼ਾਂਤ ਜਿਹੇ ਹਿੱਸੇ ਵਿੱਚ ਆ। ਅਤੇ ਇਹ ਆਮ ਜਿਹੀ ਗਲੈਕਸੀ ਬਹੁਤ ਸਾਰੀਆਂ ਗਲੈਕਸੀਆਂ ਦੇ ਗੁੱਛੇ ਵਿੱਚੋਂ ਇੱਕ ਛੋਟੀ ਜਿਹੀ ਗਲੈਕਸੀ ਆ ਅਤੇ ਅਸੀਂ ਕਦੀ ਵੀ ਇਸ ਗਲੈਕਸੀ ਦੇ ਗੁੱਛੇ ਤੋਂ ਬਾਹਰ ਨਹੀਂ ਨਿਕਲ ਸਕਾਂਗੇ। ਇਹ ਜੋ ਗਲੈਕਸੀਆਂ ਦਾ ਗੁੱਛਾ ਹੈ ਇਹ ਅੱਗੇ ਹਜ਼ਾਰਾਂ ਗੁੱਛਿਆਂ 'ਚੋਂ ਇੱਕ ਗੁੱਛਾ ਹੈ ਅਤੇ ਇਹਨਾਂ ਹਜ਼ਾਰਾਂ ਗੁੱਛਿਆਂ ਨੂੰ ਅਸੀਂ ਸੁਪਰ ਕਲਸਟਰ ਆਖਦੇ ਹਾਂ। ਇਹ ਸੁਪਰ ਕਲਸਟਰ ਵੀ ਅੱਗੇ ਹਜ਼ਾਰਾਂ ਸੁਪਰ ਕਲਸਟਰਾਂ ਵਿੱਚੋਂ ਇੱਕ ਹੈ। ਇਹ ਸਾਰੇ ਸੁਪਰ ਕਲਸਟਰ ਮਿਲ ਕੇ ਓਬਜ਼ਰਵੇਬਲ ਯੂਨੀਵਰਸ ਬਣਾਉਂਦੇ ਨੇ। ਯੂਨੀਵਰਸ ਸ਼ਾਇਦ ਲੱਖਾਂ ਗੁਣਾ ਵੱਡਾ ਹੋਵੇ ਪਰ ਇਹ ਸਾਨੂੰ ਕਦੀ ਵੀ ਪਤਾ ਨਹੀਂ ਲੱਗੂਗਾ। ਅਸੀਂ 200 ਮਿਲੀਅਨ ਗਲੈਕਸੀਆਂ ਬਾਰੇ ਗੱਲਾਂ ਕਰ ਸਕਦੇ ਹਾਂ। ਅਸੀਂ ਕਈ ਟ੍ਰਿਲੀਅਨ ਸਿਤਾਰਿਆਂ ਬਾਰੇ ਗੱਲਾਂ ਕਰ ਸਕਦੇ ਹਾਂ, ਬ੍ਰਾਜ਼ੀਲੀਅਨ ਗ੍ਰਹਿਾਂ ਬਾਰੇ ਗੱਲਾਂ ਕਰ ਸਕਦੇ ਹਾਂ। ਇਹਨਾਂ ਸਾਰੇ ਆਂਕੜਿਆਂ ਦਾ ਕੋਈ ਮਤਲਬ ਨਹੀਂ ਬਣਦਾ। ਸਾਡਾ ਦਿਮਾਗ ਇਹਨਾਂ ਧਾਰਨਾਵਾਂ ਨੂੰ ਸਮਝ ਨਹੀਂ ਸਕਦਾ, ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ। ਜਿਹੜਾ ਬ੍ਰਹਿਮੰਡ ਆ ਬਹੁਤ ਵੱਡਾ ਆ, ਇਹਦੇ ਵਿੱਚ ਬਹੁਤ ਕੁਝ ਆ, ਪਰ ਇਸ ਦਾ ਆਕਾਰ ਇੰਨਾ ਪਰੇਸ਼ਾਨੀ ਵਾਲਾ ਮਸਲਾ ਨਹੀਂ ਆ। ਪਰੇਸ਼ਾਨੀ ਵਾਲਾ ਮਸਲਾ ਸਮਾਂ ਹੈ, ਖਾਸ ਕਰਕੇ ਸਾਡਾ ਸਮਾਂ ਜੋ ਸਾਡੇ ਕੋਲ ਆ। ਜੇ ਖੁਸ਼ਕਿਸਮਤੀ ਨਾਲ ਤੁਸੀਂ 100 ਸਾਲ ਵੀ ਜਿਉਂਦੇ ਹੋ ਤਾਂ ਮੋਟੇ ਤੁਹਾਡੇ ਹਿੱਸੇ 5200 ਹਫ਼ਤੇ ਆਉਂਦੇ ਨੇ। ਜੇ ਤੁਸੀਂ ਹੁਣ 25 ਸਾਲ ਦੇ ਹੋ ਤਾਂ ਤੁਹਾਡੇ ਹਿੱਸੇ 3900 ਹਫ਼ਤੇ ਬਾਕੀ ਆ। ਜੇ ਤੁਸੀਂ 70 ਸਾਲ ਦੀ ਉਮਰ ਵਿੱਚ ਮਰਨ ਵਾਲੇ ਹੋ ਤਾਂ ਤੁਹਾਡੇ ਹਿੱਸੇ 2340 ਹਫ਼ਤੇ ਬਾਕੀ ਆ। ਇਹ ਸਮਾਂ ਕਾਫੀ ਲੱਗਦਾ ਆ ਪਰ ਇਹ ਇੰਨਾ ਹੈ ਨਹੀਂ। ਫਿਰ ਕੀ ਹੋਵੇਗਾ? ਫਿਰ ਜੋ ਤੁਹਾਨੂੰ ਜ਼ਿੰਦਾ ਰੱਖਣ ਵਾਲੀਆਂ ਬਾਇਓਲੋਜੀਕਲ ਕਿਰਿਆਵਾਂ ਨੇ ਉਹ ਟੁੱਟ ਕੇ ਖ਼ਤਮ ਹੋ ਜਾਣਗੀਆਂ ਅਤੇ ਜ਼ਿੰਦਗੀ ਦੀ ਲਹਿਰ ਜੋ ਤੁਸੀਂ ਹੋ ਉਹ ਹੋਰ ਕੰਮ ਨਹੀਂ ਕਰੂਗੀ, ਉਹ ਰੁਕ ਜਾਓ ਅਤੇ ਉਹ ਡਾਇਨੈਮਿਕ ਪੈਟਰਨ ਜੋ ਤੁਸੀਂ ਹੋ ਉਹ ਡਾਇਨੈਮਿਕ ਨਹੀਂ ਰਹੋ।
ਅਤੇ ਤੁਸੀਂ ਹੌਲੀ-ਹੌਲੀ ਗਲਣ ਲੱਗ ਜਾਓਗੇ ਅਤੇ ਗਲਦੇ ਰਹੋਗੇ ਜਦ ਤੱਕ ਤੁਹਾਡਾ ਹਰ ਹਿੱਸਾ ਮਿਟ ਨਹੀਂ ਜਾਂਦਾ। ਕੁਝ ਲੋਕ ਇਹ ਮੰਨਦੇ ਆ ਕਿ ਸਾਡੇ ਅੰਦਰ ਕੋਈ ਚੀਜ਼ ਆ ਜਿਸ ਨੂੰ ਅਸੀਂ ਨਾ ਦੇਖ ਸਕਦੇ ਹਾਂ, ਨਾ ਅਸੀਂ ਉਸ ਨੂੰ ਕਿਸੇ ਤਰੀਕੇ ਮਿਣ ਸਕਦੇ ਹਾਂ। ਪਰ ਇਹ ਪਤਾ ਕਰਨ ਲਈ ਸਾਡੇ ਕੋਲ ਕੋਈ ਵੀ ਜ਼ਰੀਆ ਨਹੀਂ ਆ ਕਿ ਇਹ ਸੱਚ ਆ ਕਿ ਝੂਠ। ਹੋ ਸਕਦਾ ਆ ਸਾਡੀ ਜੋ ਜ਼ਿੰਦਗੀ ਆ, ਜੋ ਸਾਡੇ ਹੱਥ, ਬਸ ਇਹੀ ਜ਼ਿੰਦਗੀ ਆ। ਸ਼ਾਇਦ ਇਸ ਤੋਂ ਬਾਅਦ ਕੁਝ ਵੀ ਨਾ ਹੋਵੇ ਕਦੀ ਵੀ। ਸ਼ਾਇਦ ਅਸੀਂ ਹਮੇਸ਼ਾ ਲਈ ਖ਼ਤਮ ਹੋ ਜਾਈਏ ਅਤੇ ਕਦੀ ਵੀ ਵਾਪਸ ਨਾ ਆਈਏ। ਇਹ ਉਨੀ ਡਰਾਉਣੀ ਗੱਲ ਨਹੀਂ ਆ ਜਿੰਨੀ ਸ਼ਾਇਦ ਸ਼ੁਰੂਆਤ ਵਿੱਚ ਲੱਗਦੀ ਆ, ਕਿਉਂਕਿ ਇਹ ਜਿਹੜੇ 13.75 ਅਰਬ ਸਾਲ ਜੋ ਤੁਹਾਡੇ ਹੋਣ ਤੋਂ ਪਹਿਲਾਂ ਗੁਜ਼ਰੇ ਆ, ਜੇ ਤੁਹਾਨੂੰ ਉਹਨਾਂ ਦੀ ਨਹੀਂ ਯਾਦ, ਤੁਹਾਨੂੰ ਉਹਨਾਂ ਦਾ ਕੋਈ ਤਜਰਬਾ ਨਹੀਂ, ਤੁਹਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ, ਤਾਂ ਤੁਹਾਡੇ ਜਾਣ ਤੋਂ ਬਾਅਦ ਆਉਣ ਵਾਲੇ ਖਰਬਾਂ ਦੇ ਖਰਬਾਂ ਸਾਲ ਵੀ ਮਿੰਟਾਂ ਵਿੱਚ ਗੁਜ਼ਰ ਜਾਣੇ ਆ, ਕਿਉਂਕਿ ਉਹਨਾਂ ਦਾ ਤਜਰਬਾ ਕਰਨ ਲਈ ਤੁਸੀਂ ਇੱਥੇ ਹੋਣਾ ਹੀ ਨਹੀਂ। ਆਪਣੀਆਂ ਅੱਖਾਂ ਬੰਦ ਕਰੋ ਅਤੇ ਇੱਕ ਗਿਣੋ ਅਤੇ ਅੱਖਾਂ ਖੋਲ੍ਹੋ। ਇੰਝ ਹੀ ਇੱਕ ਪਲ ਵਿੱਚ ਉਹ ਸਾਰਾ ਸਮਾਂ ਜੋ ਅੱਜ ਤੱਕ ਹੋਇਆ ਹੈ, ਜੋ ਤੁਹਾਡੇ ਤੋਂ ਬਾਅਦ ਹੋਣਾ ਹੈ, ਗੁਜ਼ਰ ਜਾਣਾ ਹੈ। ਸ਼ੁਰੂ ਤੋਂ ਅੰਤ ਤੱਕ ਦਾ ਸਮਾਂ ਇੰਝ ਹੀ ਗੁਜ਼ਰ ਜਾਣਾ ਹੈ। ਜਿੱਥੋਂ ਤੱਕ ਵਿਗਿਆਨ ਨੂੰ ਸਮਝ ਆਈ ਆ, ਇਹ ਬ੍ਰਹਿਮੰਡ ਆਪ ਵੀ ਮੁੱਕ ਜਾਣਾ ਆ ਅਤੇ ਉਸ ਤੋਂ ਬਾਅਦ ਕੁਝ ਵੀ ਕਦੀ ਨਹੀਂ ਬਦਲਣਾ। ਉਹ ਸਦਾ ਇਕਸਾਰ ਰਹਿਣਾ ਹੈ। ਫਿਰ ਇਹ ਗੱਲਾਂ ਅਜੀਬ ਜਿਹਾ ਡਰ ਭਰ ਦਿੰਦੀਆਂ ਨੇ ਦਿਲਾਂ 'ਚ। ਇਹ ਗੱਲਾਂ ਇੰਨੀਆਂ ਹੌਸਲਾ ਦੇਣ ਵਾਲੀਆਂ ਨਹੀਂ ਆ। ਸੋ ਉਸ ਨਜ਼ਰੀਏ ਦੀ ਗੱਲ ਕਰਦੇ ਹਾਂ ਜਿਸ 'ਚ ਥੋੜ੍ਹਾ ਹੌਸਲਾ ਮਿਲੇ। ਇਹ ਨਜ਼ਰੀਆ ਜਾਤੀ ਆ, ਵਿਗਿਆਨਕ ਨਹੀਂ ਆ। ਸੋ ਤੁਸੀਂ ਇਸ ਉੱਤੇ ਆਪਣੇ ਖਿਆਲ ਦੱਸ ਸਕਦੇ ਹੋ, ਆਲੋਚਨਾ ਵੀ ਕਰ ਸਕਦੇ ਹੋ। ਉੱਦਾਂ ਵੀ ਹੋਈ ਜਾਂਦੀ ਹੈ, ਜੋ ਮਰਜ਼ੀ ਕਹਿ ਦਈਏ। ਇਹ ਫਿਲਾਸਫੀ ਥੋੜ੍ਹੀ ਸੰਕੀ ਵੀ ਲੱਗ ਸਕਦੀ ਆ। ਜੇ ਇਹ ਜ਼ਿੰਦਗੀ ਇੱਕੋ ਇੱਕ ਜ਼ਿੰਦਗੀ ਆ ਸਾਡੇ ਕੋਲ, ਤਾਂ ਇਹ ਇੱਕੋ ਇੱਕ ਜ਼ਿੰਦਗੀ ਆ ਜਿਸ ਨੂੰ ਅਸੀਂ ਹੰਢਾਵਾਂਗੇ। ਫਿਰ ਇਹ ਜ਼ਿੰਦਗੀ ਹੀ ਆ ਸਾਡੇ ਕੋਲ ਜੋ ਸਭ ਤੋਂ ਜ਼ਰੂਰੀ ਆ। ਇਸ ਦਾ ਹੀ ਮੁੱਲ ਆ, ਇਹ ਮਾਇਨੇ ਰੱਖਦੀ ਆ, ਇਟ ਮੈਟਰਸ। ਇਹੀ ਆ ਸਾਡੇ ਹੱਥ ਬਸ। ਜੇ ਬ੍ਰਹਿਮੰਡ ਦੇ ਕੋਈ ਅਸੂਲ ਨਹੀਂ ਆ, ਕੋਈ ਸਿਧਾਂਤ ਨਹੀਂ ਆ, ਤਾਂ ਸਾਡੇ ਲਈ ਉਹੀ ਸਿਧਾਂਤ ਅਤੇ ਅਸੂਲ ਮਾਇਨੇ ਰੱਖਦੇ ਨੇ ਜੋ ਅਸੀਂ ਆਪ ਆਪਣੇ ਲਈ ਚੁਣਦੇ ਹਾਂ। ਜੇ ਬ੍ਰਹਿਮੰਡ ਦਾ ਕੋਈ ਉਦੇਸ਼ ਨਹੀਂ ਆ, ਤਾਂ ਅਸੀਂ ਆਪ ਚੁਣ ਸਕਦੇ ਹਾਂ ਵੀ ਇਸ ਦਾ ਕੀ ਉਦੇਸ਼ ਹੈ। ਅਸੀਂ ਇਸ ਨੂੰ ਲੇਬਲ ਦੇ ਸਕਦੇ ਹਾਂ ਜਾਂ ਨਹੀਂ ਵੀ, ਜੋ ਆਪਣੇ ਆਪ 'ਚ ਇੱਕ ਲੇਬਲ ਹੁੰਦਾ ਆ, ਮੀਨਿੰਗਲੈਸ ਬ੍ਰਹਿਮੰਡ। ਭਵਿੱਖ ਵਿੱਚ ਇੱਕ ਮੁਕਾਮ 'ਤੇ ਮਨੁੱਖ ਵੀ ਮਿਟ ਜਾਣਗੇ, ਖਤਮ ਹੋ ਜਾਣਗੇ। ਇੰਝ ਹੋਵੇਗਾ, ਚਾਂਸਿਸ ਆਰ ਵੈਰੀ ਹਾਈ। ਪਰ ਉਸ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ, ਐਕਸਪਲੋਰ ਕਰਨਾ ਚਾਹੀਦਾ ਹੈ। ਆਲੇ ਦੁਆਲੇ ਜ਼ਿੰਦਗੀ ਨੂੰ ਦੇਖਣਾ ਚਾਹੀਦਾ ਹੈ, ਐਕਸਪਲੋਰ ਕਰਨਾ ਚਾਹੀਦਾ ਹੈ। ਅਸੀਂ ਆਪਣੀਆਂ ਫੀਲਿੰਗਸ ਨੂੰ, ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹਾਂ, ਐਕਸਪੀਰੀਅੰਸ ਕਰ ਸਕਦੇ ਹਾਂ। ਅਸੀਂ ਖਾਣੇ ਨੂੰ ਐਕਸਪੀਰੀਅੰਸ ਕਰ ਸਕਦੇ ਹਾਂ। ਅਸੀਂ ਚੜ੍ਹਦੇ ਸੂਰਜ ਨੂੰ ਦੇਖ ਸਕਦੇ ਹਾਂ, ਐਕਸਪੀਰੀਅੰਸ ਕਰ ਸਕਦੇ ਹਾਂ। ਅਸੀਂ ਇੱਕ ਦੂਜੇ ਨਾਲ ਰਹਿਣਾ ਐਕਸਪੀਰੀਅੰਸ ਕਰ ਸਕਦੇ ਹਾਂ। ਇਹ ਗੱਲ ਵੀ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚ ਵੀ ਸਕਦੇ ਹਾਂ, ਇਹ ਆਪਣੇ ਆਪ ਵਿੱਚ ਬੜੀ ਕਮਾਲ ਦੀ ਗੱਲ ਆ। ਆਪਣੇ ਆਪ ਨੂੰ ਸਭ ਚੀਜ਼ਾਂ ਤੋਂ ਅੱਡ ਕਰਕੇ ਦੇਖਣਾ ਆਸਾਨ ਆ, ਪਰ ਇਹ ਸੱਚ ਨਹੀਂ ਆ। ਅਸੀਂ ਹਰ ਇੱਕ ਚੀਜ਼ ਨਾਲ ਇੱਕ ਮਿਕ ਹਾਂ। ਅਸੀਂ ਓਨੇ ਹੀ ਬ੍ਰਹਿਮੰਡ ਹਾਂ ਜਿੰਨਾ ਕੋਈ ਨਿਊਟਰੋਨ ਸਟਾਰ ਜਾਂ ਇੱਕ ਬਲੈਕ ਹੋਲ ਜਾਂ ਨੈਬੂਲਾ। ਅਸਲ 'ਚ ਅਸੀਂ ਉਹਨਾਂ ਤੋਂ ਵੀ ਥੋੜ੍ਹਾ ਬਿਹਤਰ ਹਾਂ, ਕਿਉਂਕਿ ਅਸੀਂ ਬ੍ਰਹਿਮੰਡ ਦੇ ਸੋਚਣ ਅਤੇ ਮਹਿਸੂਸ ਕਰਨ ਵਾਲੇ ਹਿੱਸੇ ਹਾਂ। ਅਸੀਂ ਬ੍ਰਹਿਮੰਡ ਦੇ ਚੇਤਨ ਹਿੱਸੇ ਹਾਂ। ਅਸੀਂ ਬ੍ਰਹਿਮੰਡ ਦੇ ਆਕਾਰ ਦੇ ਖੇਡ ਦੇ ਮੈਦਾਨ ਵਿੱਚ ਬਿਲਕੁਲ ਆਜ਼ਾਦ ਹਾਂ। ਸੋ ਅਸੀਂ ਖੁਸ਼ ਰਹਿਣ ਦੇ ਨਾਲ ਨਾਲ ਬ੍ਰਹਿਮੰਡ ਵਿੱਚ ਇੱਕ ਸਵਰਗ ਬਣਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹਾਂ। ਇਹ ਵੀ ਨਹੀਂ ਆ ਕਿ ਅਸੀਂ ਹਰ ਚੀਜ਼ ਜਾਣ ਲਈ ਆ ਜਿਹਦੇ ਬਾਰੇ ਜਾਣਿਆ ਜਾ ਸਕਦਾ ਹੈ। ਹਾਲੇ ਬਹੁਤ ਕੁਝ ਆ ਜਾਣਨ ਲਈ ਜਿਸ ਬਾਰੇ ਸਾਨੂੰ ਪਤਾ ਨਹੀਂ। ਸਾਨੂੰ ਨਹੀਂ ਪਤਾ ਕਿ ਬ੍ਰਹਿਮੰਡ ਦੇ ਸਿਧਾਂਤ ਉੱਦਾਂ ਕਿਉਂ ਨੇ ਜਿੱਦਾਂ ਉਹ ਹਨ। ਜੀਵਨ ਕਿਵੇਂ ਸ਼ੁਰੂ ਹੋਇਆ, ਜੀਵਨ ਹੈ ਕੀ ਅਸਲ ਵਿੱਚ, ਸਾਨੂੰ ਕੋਈ ਅੰਦਾਜ਼ਾ ਤੱਕ ਨਹੀਂ
ਕਿ ਹੋਸ਼, ਕੌਨਸ਼ੀਅਸਨੈਸ, ਚੇਤਨਾ ਕੀ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਬ੍ਰਹਿਮੰਡ ਵਿੱਚ ਇਕੱਲੇ ਹਾਂ ਕਿ ਨਹੀਂ, ਪਰ ਅਸੀਂ ਕੁਝ ਕੁ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸਿਤਾਰੇ ਨੇ ਜਿਨ੍ਹਾਂ 'ਤੇ ਅਸੀਂ ਜਾ ਸਕਦੇ ਹਾਂ। ਬਹੁਤ ਸਾਰੇ ਰੋਗ ਨੇ ਜਿਨ੍ਹਾਂ ਦੇ ਅਸੀਂ ਇਲਾਜ ਲੱਭ ਸਕਦੇ ਹਾਂ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਅਸੀਂ ਮਦਦ ਕਰ ਸਕਦੇ ਹਾਂ। ਬਹੁਤ ਸਾਰੀਆਂ ਭਾਵਨਾਵਾਂ ਨੇ ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਖੁਸ਼ੀਆਂ ਨੇ ਜਿਨ੍ਹਾਂ ਨੂੰ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਵੀਡੀਓ ਗੇਮਾਂ ਨੇ ਜਿਨ੍ਹਾਂ ਨੂੰ ਖ਼ਤਮ ਕਰਨਾ ਹਾਲੇ ਬਾਕੀ ਆ। ਸਾਡੇ ਕੋਲ ਬਹੁਤ ਕੁਝ ਆ ਕਰਨ ਦੇ ਲਈ। ਹੋ ਸਕਦਾ ਹੈ ਜੋ ਸਮਾਂ ਸਾਡੇ ਕੋਲ ਆ, ਇਹਦਾ ਬਹੁਤ ਵੱਡਾ ਹਿੱਸਾ ਅਸੀਂ ਪਹਿਲਾਂ ਹੀ ਵਰਤ ਚੁੱਕੇ ਹਾਂ। ਜੇ ਸਾਡੀ ਜ਼ਿੰਦਗੀ ਇੱਕੋ ਇੱਕ ਜ਼ਿੰਦਗੀ ਆ, ਇੱਕੋ ਮੌਕਾ ਆ, ਤਾਂ ਸਾਡੇ ਕੋਲ ਕੋਈ ਕਾਰਨ ਨਹੀਂ ਆ ਇਸ ਦਾ ਸਵਾਦ ਨਾ ਲੈਣ ਲਈ, ਮਜ਼ਾ ਨਾ ਕਰਨ ਲਈ, ਖੁਸ਼ ਨਾ ਰਹਿਣ ਲਈ। ਸਾਡੇ ਕੋਲ ਕੋਈ ਵੀ ਕਾਰਨ ਨਹੀਂ ਆ। ਸੋਨੇ 'ਤੇ ਸੁਹਾਗਾ ਹੋਊ ਜੇ ਨਾਲ ਨਾਲ ਅਸੀਂ ਲੋਕਾਂ ਦੀ ਜ਼ਿੰਦਗੀ ਵੀ ਵਧੀਆ ਬਣਾਈਏ। ਹੋਰ ਚੰਗਾ ਹੋਵੇਗਾ ਜੇ ਅਸੀਂ ਬ੍ਰਹਿਮੰਡ ਵਿੱਚ ਇੱਕ ਮਨੁੱਖੀ ਸੰਸਕ੍ਰਿਤੀ ਪੈਦਾ ਕਰ ਸਕੀਏ, ਬਣਾ ਸਕੀਏ। ਸੋ ਜੋ ਸਹੀ ਲੱਗਦਾ ਹੈ, ਜੋ ਚੰਗਾ ਲੱਗਦਾ ਹੈ, ਉਹ ਕਰੋ। ਅਤੇ ਉਹ ਕੀ ਚੀਜ਼ ਹੈ, ਇਹ ਤੁਸੀਂ ਆਪਣੇ ਆਪ ਲਈ ਖੁਦ ਚੁਣ ਸਕਦੇ ਹੋ। ਗਵਾਉਣ ਲਈ ਹੈ ਹੀ ਕੀ ਆ ਸਾਡੇ ਕੋਲ।